ਜਿਵੇਂ ਕਿ ਸਾਨੂੰ ਪਤਾ ਹੈ, ਇਤਿਹਾਸਕਾਰਾਂ ਨੇ ਇਤਿਹਾਸ ਨੂੰ 3 ਭਾਗਾਂ ਵਿੱਚ ਵੰਡਿਆ ਹੈ: ਪ੍ਰਾਚੀਨ, ਮੱਧਕਾਲ ਅਤੇ ਆਧੁਨਿਕ। ਜੋ ਸਾਡਾ 6ਵੀਂ ਕਲਾਸ ਦਾ ਇਤਿਹਾਸ ਹੈ ਉਹ ਪ੍ਰਾਚੀਨ ਹੈ, 7ਵੀਂ ਕਲਾਸ ਦਾ ਮੱਧਕਾਲ ਅਤੇ 8ਵੀਂ ਕਲਾਸ ਦਾ ਆਧੁਨਿਕ। ਅੱਜ ਅਸੀਂ 6ਵੀਂ ਕਲਾਸ ਦਾ ਪਾਠ ਨੰਬਰ 7 ਪ੍ਰਾਚੀਨ ਇਤਿਹਾਸ ਦਾ ਅਧਿਐਨ ਸਰੋਤ ਬਾਰੇ ਪੜ੍ਹਾਂਗੇ। ਇਸ ਦੇ ਵਿੱਚ ਅਸੀਂ ਦੇਖਿਆ ਹੈ ਕਿ ਪਿਛਲੇ ਭਾਗ ਵਿੱਚ ਅਸੀਂ ਪ੍ਰਿਥਵੀ ਅਤੇ ਗ੍ਰਹਿਆਂ ਦੇ ਵਿਭਿੰਨ ਭੂਗੋਲਿਕ ਪੱਖਾਂ ਬਾਰੇ ਪੜ੍ਹਿਆ ਹੈ ਅਤੇ ਜਾਣਿਆ ਹੈ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸਾਡੇ ਲਈ ਕਿਉਂ ਜ਼ਰੂਰੀ ਹੈ। ਜੋ ਸਾਡਾ ਇਤਿਹਾਸ ਭਾਗ ਹੈ, ਇਸ ਭਾਗ ਵਿੱਚ ਅਸੀਂ ਪ੍ਰਾਚੀਨ ਕਾਲ ਦੇ ਇਤਿਹਾਸ ਦਾ ਅਧਿਐਨ ਕਰਾਂਗੇ। ਜੋ ਇਤਿਹਾਸ ਹੈ ਉਹ ਅਤੀਤ ਦਾ ਅਧਿਐਨ ਹੈ। ਇਹ ਸਾਨੂੰ ਦੱਸਦਾ ਹੈ ਕਿ ਸ਼ੁਰੂ ਵਿੱਚ ਮਨੁੱਖ ਕਿਵੇਂ ਰਹਿੰਦਾ ਸੀ ਅਤੇ ਕਿਵੇਂ ਸਮੇਂ ਦੇ ਨਾਲ ਨਾਲ ਸਭਿਅਤਾਵਾਂ ਦਾ ਵਿਕਾਸ ਹੋਇਆ। ਪਰ ਸ਼ਾਇਦ ਅਸੀਂ ਇਹ ਜਾਣਨਾ ਚਾਹਾਂਗੇ ਕਿ ਜੋ ਬੀਤ ਚੁੱਕਿਆ ਅਸੀਂ ਉਸ ਦਾ ਅਧਿਐਨ ਕਿਉਂ ਕਰੀਏ। ਜੇਕਰ ਅਸੀਂ ਇੱਕ ਵਧੀਆ ਭਵਿੱਖ ਜਿਉਣਾ ਚਾਹੁੰਦੇ ਹਾਂ, ਕਿਉਂਕਿ ਜੋ ਅਸੀਂ ਪਹਿਲਾਂ ਗਲਤੀਆਂ ਕਰ ਚੁੱਕੇ ਹਾਂ ਉਸੇ ਦਾ ਅਧਿਐਨ ਹੀ ਇਤਿਹਾਸ ਹੈ। ਜੋ ਅਸੀਂ ਪਹਿਲਾਂ ਗਲਤੀਆਂ ਕੀਤੀਆਂ ਹਨ ਅਸੀਂ ਦੁਬਾਰਾ ਉਸ ਦੀਆਂ ਗਲਤੀਆਂ ਨਾ ਕਰੀਏ, ਇਸ ਦੇ ਲਈ ਅਸੀਂ ਇਤਿਹਾਸ ਦਾ ਅਧਿਐਨ ਕਰਦੇ ਹਾਂ। ਇਤਿਹਾਸ ਅਤੀਤ ਦੀਆਂ ਘਟਨਾਵਾਂ ਦਾ ਲਿਖਤੀ ਵੇਰਵਾ ਹੈ। ਜੋ ਇਤਿਹਾਸ ਹੈ ਇਹ ਅਤੀਤ ਦੀਆਂ ਘਟਨਾਵਾਂ ਦਾ ਲਿਖਤੀ ਵੇਰਵਾ ਹੈ। ਜੋ ਵਿਅਕਤੀ ਇਤਿਹਾਸ ਨੂੰ ਲਿਖਦੇ ਹਨ ਉਹਨਾਂ ਨੂੰ ਅਸੀਂ ਇਤਿਹਾਸਕਾਰ, ਉਹਨਾਂ ਨੂੰ ਅਸੀਂ ਹਿਸਟੋਰੀਅਨ ਕਹਿੰਦੇ ਹਾਂ। ਇਤਿਹਾਸ ਸ਼ਬਦ ਯੂਨਾਨੀ ਗ੍ਰੀਕ ਭਾਸ਼ਾ ਦੇ ਸ਼ਬਦ ਹਿਸਟੋਰੀਆ ਤੋਂ ਬਣਿਆ ਹੈ। ਇਸ ਦਾ ਅਰਥ ਹੈ ਭੂਤਕਾਲ ਦਾ ਗਿਆਨ। ਜੋ ਇਤਿਹਾਸ ਸ਼ਬਦ ਹੈ ਇਹ ਗ੍ਰੀਕ ਲੈਂਗੁਏਜ ਦੇ ਸ਼ਬਦ ਹਿਸਟੋਰੀਆ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਸਟੱਡੀ ਆਫ ਪਾਸਟ। ਇਤਿਹਾਸਕਾਰ ਕੇਵਲ ਘਟਨਾਵਾਂ ਦੀ ਵਿਆਖਿਆ ਹੀ ਨਹੀਂ ਕਰਦੇ, ਸਗੋਂ ਇਹਨਾਂ ਦੇ ਵਾਪਰਨ ਦਾ ਕਾਰਨ ਵੀ ਦੱਸਦੇ ਹਨ। ਕਿਉਂਕਿ ਜੋ ਇਤਿਹਾਸ ਹੈ ਉਹ ਕਿਵੇਂ, ਕਿਉਂ ਅਤੇ ਕਦੋਂ, ਵੈਨ, ਵੇਅਰ ਐਂਡ ਹਾਊ ਬਾਰੇ ਅਸੀਂ ਪੜ੍ਹਦੇ ਹਾਂ। ਹੈਰੋਡੋਟਸ, ਜਿਸ ਨੇ ਸਭ ਤੋਂ ਪਹਿਲਾਂ ਇਤਿਹਾਸ ਲਿਖਿਆ, ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ। ਦਾ ਫਾਦਰ ਆਫ ਹਿਸਟਰੀ ਕਿਹਾ ਜਾਂਦਾ ਹੈ ਹੈਰੋਡੋਟਸ ਨੂੰ, ਜੋ ਕਿ ਇੱਕ ਗ੍ਰੀਕ ਵਿਦਵਾਨ ਸਨ। ਇਸ ਤਰ੍ਹਾਂ ਅਸੀਂ ਇਤਿਹਾਸ ਦੀ ਵੰਡ ਪੂਰਵ ਇਤਿਹਾਸ ਅਤੇ ਇਤਿਹਾਸ ਪ੍ਰੀ ਹਿਸਟਰੀ ਐਂਡ ਹਿਸਟਰੀ ਵਿੱਚ ਕਰਦੇ ਹਾਂ। ਪੂਰਵ ਇਤਿਹਾਸ ਪ੍ਰੀ ਹਿਸਟਰੀ ਕੀ ਹੁੰਦਾ? ਜਿਸ ਦਾ ਸਾਡੇ ਕੋਲ ਕੋਈ ਵੀ ਲਿਖਤੀ ਵੇਰਵਾ ਨਹੀਂ ਹੈ, ਉਸ ਨੂੰ ਅਸੀਂ ਪੂਰਵ ਇਤਿਹਾਸ, ਉਸ ਨੂੰ ਅਸੀਂ ਪ੍ਰੀ ਹਿਸਟਰੀ ਕਹਿੰਦੇ ਹਾਂ। ਜਿਸ ਦਾ ਸਾਡੇ ਕੋਲ ਕੋਈ ਵੀ ਲਿਖਤੀ ਵੇਰਵਾ ਨਹੀਂ, ਜਿਸ ਤਰ੍ਹਾਂ ਸਾਡਾ ਪੱਥਰ ਯੁੱਗ ਦਾ ਸਾਡੇ ਕੋਲ ਕੋਈ ਵੀ ਲਿਖਤੀ ਵੇਰਵਾ ਨਹੀਂ ਹੈ, ਉਸ ਬਾਰੇ ਅਸੀਂ ਜੋ ਕਰਾਂਗੇ ਉਸ ਨੂੰ ਅਸੀਂ ਪ੍ਰੀ ਹਿਸਟਰੀ ਕਹਿੰਦੇ ਹਾਂ। ਇਤਿਹਾਸ ਹਿਸਟਰੀ, ਜਿਸ ਦਾ ਸਾਡੇ ਕੋਲ ਲਿਖਤੀ ਵੇਰਵਾ ਹੈ, ਉਸ ਨੂੰ ਇਤਿਹਾਸ ਕਹਿੰਦੇ ਹਾਂ, ਉਸ ਨੂੰ ਅਸੀਂ ਇਤਿਹਾਸ ਕਹਿੰਦੇ ਹਾਂ। ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਅਨੁਸਾਰ ਇਤਿਹਾਸ ਨੂੰ ਈਸਵੀ ਪੂਰਵ BC ਬਿਫੋਰ ਕ੍ਰਾਈਸਟ, ਜੋ ਕਿ ਈਸਾ ਮਸੀਹ ਹੋਇਆ ਉਸ ਦੇ ਜਨਮ ਤੋਂ ਪਹਿਲਾਂ ਦੇ ਸਮੇਂ ਨੂੰ ਈਸਵੀ ਪੂਰਵ ਬਿਫੋਰ ਕ੍ਰਾਈਸਟ, ਅਤੇ ਉਸ ਦੇ ਜਨਮ ਤੋਂ ਬਾਅਦ ਦੇ ਸਮੇਂ ਨੂੰ ਅਸੀਂ ਈਸਵੀ ਭਾਵ AD ਐਨੋ ਡੋਮਨੀ ਕਹਿੰਦੇ ਹਾਂ। ਇਤਿਹਾਸ ਦੇ ਲਿਖਤੀ ਵੇਰਵੇ ਤੋਂ ਮਿਤੀਆਂ, ਲੋਕਾਂ ਦੇ ਨਾਂ ਅਤੇ ਸਥਾਨਾਂ ਬਾਰੇ ਜਾਣਕਾਰੀ ਮਿਲਦੀ ਹੈ। ਸਾਨੂੰ ਲਗਭਗ 50,000 ਸਾਲ ਦਾ ਇਤਿਹਾਸ ਮਿਲਦਾ ਹੈ। ਸ਼ੁਰੂ ਵਿੱਚ ਮਨੁੱਖ ਗੁਫਾਵਾਂ ਵਿੱਚ ਰਹਿੰਦਾ ਸੀ। ਜਾਨਵਰਾਂ ਦੀ ਤਰ੍ਹਾਂ ਉਸ ਦਾ ਜੀਵਨ ਸੀ। ਜੋ ਕੁਝ ਵੀ ਕੁਦਰਤੀ ਤੌਰ 'ਤੇ ਰੁੱਖਾਂ ਤੋਂ ਪੈਦਾ ਹੁੰਦਾ ਸੀ ਜਾਂ ਜਾਨਵਰਾਂ ਨੂੰ ਮਾਰ ਕੇ ਕੱਚਾ ਮਾਸ ਖਾ ਲੈਂਦਾ ਸੀ। ਹੌਲੀ ਹੌਲੀ ਉਸਨੇ ਘਰ ਬਣਾਉਣਾ, ਖੇਤੀ ਕਰਕੇ ਅੰਨ ਪੈਦਾ ਕਰਨਾ, ਅੱਗ ਬਾਲਣਾ ਅਤੇ ਭੋਜਨ ਪਕਾਉਣਾ, ਆਵਾਜਾਈ ਲਈ ਵਾਹਨ ਦਾ ਪ੍ਰਯੋਗ ਕਰਕੇ ਉਸਨੇ ਨਵੀਆਂ ਚੀਜ਼ਾਂ ਬਾਰੇ ਸਿੱਖਿਆ। ਮਨੁੱਖ ਨੂੰ ਵਰਤਮਾਨ ਅਵਸਥਾ ਵਿੱਚ ਪਹੁੰਚਣ ਲਈ ਲੱਖਾਂ ਸਾਲ ਲੱਗੇ। ਮਨੁੱਖ ਦੇ ਵਿਕਾਸ ਦੀ ਕਹਾਣੀ ਰੋਚਕ ਹੀ ਨਹੀਂ ਸਗੋਂ ਗਿਆਨ ਵਿੱਚ ਵਾਧਾ ਕਰਨ ਵਾਲੀ ਹੈ, ਕਿਉਂਕਿ ਅਸੀਂ ਫਿਰ ਜਾਣਦੇ ਹਾਂ ਵੀ ਇਹ ਕਿਵੇਂ ਹੋਇਆ। ਪ੍ਰਾਚੀਨ ਕਾਲ ਵਿੱਚ ਮਨੁੱਖ ਕਿੱਥੇ ਰਹਿੰਦਾ ਸੀ? ਪ੍ਰਾਚੀਨ ਕਾਲ ਵਿੱਚ ਮਨੁੱਖ ਗੁਫਾਵਾਂ ਵਿੱਚ ਰਹਿੰਦਾ ਸੀ। ਇਤਿਹਾਸ ਦੇ ਸਰੋਤ, ਜੋ ਅਸੀਂ ਇਤਿਹਾਸ ਪੜ੍ਹਦੇ ਹਾਂ ਸਾਨੂੰ ਇਸ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ? ਸੋਰਸਿਸ ਆਫ ਹਿਸਟਰੀ। ਜਿਵੇਂ ਜੋ ਵੀ ਸਾਡੇ ਆਲੇ ਦੁਆਲੇ ਹੋ ਰਿਹਾ, ਜੋ ਵੀ ਵਾਪਰ ਰਿਹਾ, ਜੋ ਅਸੀਂ ਅੱਜ ਕਰਦੇ ਹਾਂ, ਚਾਹੇ ਅਸੀਂ ਜਾਣੇ ਵਿੱਚ ਕਰਦੇ ਹਾਂ ਚਾਹੇ ਅਣਜਾਣੇ ਵਿੱਚ ਕਰਦੇ ਹਾਂ, ਸਾਡੇ ਤੁਰ ਜਾਣ ਤੋਂ ਬਾਅਦ, ਸਾਡੇ ਖਤਮ ਹੋਣ ਜਾਣ ਤੋਂ ਬਾਅਦ, ਉਹ ਸਾਡੇ ਬਾਅਦ ਦੇ ਵਿੱਚ ਉਹਨਾਂ ਵਿੱਚੋਂ ਕਈ ਚੀਜ਼ਾਂ ਬਚ ਜਾਂਦੀਆਂ ਨੇ ਜੋ ਬਾਅਦ ਦੇ ਵਿੱਚ ਇਤਿਹਾਸ ਦੇ ਸਰੋਤ ਬਣ ਜਾਂਦੇ ਹਨ। ਇਤਿਹਾਸ ਦੇ ਜੋ ਸਰੋਤ ਨੇ ਉਹ 2 ਤਰ੍ਹਾਂ ਦੇ ਹੁੰਦੇ ਹਨ: ਸਾਹਿਤਕ ਅਤੇ ਪੁਰਾਤੱਤਵ। ਸਾਹਿਤਕ ਅਤੇ ਪੁਰਾਤੱਤਵ, ਸਾਹਿਤਕ ਦੇ ਵਿੱਚ ਲਿਖਤੀ ਵੇਰਵੇ ਆ ਗਏ,
ਜਿਵੇਂ ਸਾਡੇ ਵੇਦ, ਰਿਗਵੇਦ, ਬ੍ਰਾਹਮਣ ਗ੍ਰੰਥ, ਬੋਧੀਆਂ ਦੇ ਗ੍ਰੰਥ, ਜੈਨੀਆਂ ਦੇ ਗ੍ਰੰਥ, ਸਾਰੇ ਸਾਡੇ ਇਹ ਸਾਹਿਤਕ ਸਰੋਤ ਹਨ ਅਤੇ ਇਹਨਾਂ ਨੂੰ ਮਿਲਾ ਕੇ ਅਸੀਂ ਕਹਿੰਦੇ ਹਾਂ ਇਤਿਹਾਸ ਦੇ ਸਰੋਤ। ਸਾਹਿਤਕ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਜਿਵੇਂ ਕਿ ਵੇਦ, ਬ੍ਰਾਹਮਣ ਗ੍ਰੰਥ, ਉਪਨਿਸ਼ਦ, ਸੂਤਰ, ਮਹਾਂਕਾਵਿ 2 ਲਿਖੇ ਗਏ ਨੇ, ਰਮਾਇਣ ਅਤੇ ਮਹਾਂਭਾਰਤ, ਇਹਨਾਂ ਸਾਰਿਆਂ ਨੂੰ ਅਸੀਂ ਸਾਹਿਤਕ ਸਰੋਤ ਕਹਿੰਦੇ ਹਾਂ। ਇਹ ਪੁਸਤਕਾਂ, ਇਹਨਾਂ ਪੁਸਤਕਾਂ ਵਿੱਚ ਧਰਮ ਤੋਂ ਇਲਾਵਾ, ਕਿਉਂਕਿ ਇਹਨਾਂ ਨੂੰ ਅਸੀਂ ਧਾਰਮਿਕ ਪੁਸਤਕਾਂ ਕਹਿੰਦੇ ਹਾਂ, ਪਰ ਇਹ ਧਾਰਮਿਕ ਹੋਣ ਦੇ ਇਲਾਵਾ ਉਸ ਸਮੇਂ ਦੇ ਜੋ ਹੋਰ ਆਰਥਿਕ, ਸਮਾਜਿਕ ਲੋਕਾਂ ਦੇ ਹਾਲਾਤ ਸਨ, ਉਹਨਾਂ ਬਾਰੇ ਵੀ ਸਾਨੂੰ ਇਹਨਾਂ ਪੁਸਤਕਾਂ ਤੋਂ ਪਤਾ ਲੱਗਦਾ ਹੈ। ਜੋ ਰਿਗਵੇਦ ਹੈ ਇਹ ਸਭ ਤੋਂ ਪੁਰਾਣਾ ਗ੍ਰੰਥ ਹੈ। ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਬਾਰੇ ਵੀ ਪੁਸਤਕਾਂ ਲਿਖੀਆਂ ਗਈਆਂ ਜਿਨ੍ਹਾਂ ਨੂੰ ਧਰਮ ਸ਼ਾਸਤਰ ਕਿਹਾ ਜਾਂਦਾ ਹੈ, ਜਿਵੇਂ ਕਿ ਮਨੂ ਸਮ੍ਰਿਤੀ। ਜੋ ਮਨੂ ਸਮ੍ਰਿਤੀ ਹੈ ਉਹ ਹਿੰਦੂ ਧਰਮ ਦੇ ਕਾਨੂੰਨਾਂ ਸੰਬੰਧੀ ਇੱਕ ਪੁਸਤਕ ਹੈ, ਮਨੂ ਸਮ੍ਰਿਤੀ। ਇਸੇ ਤਰ੍ਹਾਂ ਸ਼ਾਸਨ ਪ੍ਰਬੰਧ ਬਾਰੇ ਕੁਟਲਿਆ ਵੀ ਕਿਹਾ ਜਾਂਦਾ ਹੈ। ਉਸ ਦਾ ਨਾਮ ਵਿਸ਼ਨੂੰ ਗੁਪਤ ਹੀ ਹੈ, ਉਸ ਦਾ ਨਾਮ ਚਾਣਕਿਆ ਵੀ ਹੈ। ਇੱਕ ਹੀ ਵਿਅਕਤੀ ਦੇ ਨਾਮ ਨੇ ਜੋ ਕਿ ਚੰਦਰਗੁਪਤ ਮੌਰਿਆ ਦਾ ਗੁਰੂ ਸੀ ਅਤੇ ਉਸ ਦਾ ਪ੍ਰਧਾਨ ਮੰਤਰੀ ਸੀ। ਉਸ ਦੁਆਰਾ ਅਰਥ ਸ਼ਾਸਤਰ ਨਾਂ ਦੀ ਪੁਸਤਕ ਲਿਖੀ ਗਈ। ਆਮ ਤੌਰ 'ਤੇ ਜੋ ਅਰਥ ਸ਼ਾਸਤਰ ਆ, ਇਸ ਤੋਂ ਸਮਝਿਆ ਜਾਂਦਾ ਵੀ ਅਰਥ ਵਿਵਸਥਾ ਬਾਰੇ। ਇਹ ਅਰਥ ਵਿਵਸਥਾ ਬਾਰੇ ਨਹੀਂ, ਸਗੋਂ ਸ਼ਾਸਨ ਪ੍ਰਬੰਧ ਬਾਰੇ ਸੀ, ਕਿਹੋ ਜਿਹਾ ਸ਼ਾਸਨ ਰਾਜੇ ਦੁਆਰਾ ਹੋਵੇਗਾ। ਭਾਸ ਅਤੇ ਕਾਲੀਦਾਸ 2 ਪ੍ਰਸਿੱਧ ਵਿਦਵਾਨ ਹੋਏ ਨੇ। ਜੋ ਕਹਾਣੀ ਲਿਖਣ ਦਾ ਆਰੰਭ ਹੋਇਆ ਇਹ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਇਆ। ਆਰਿਆ ਭੱਟ ਅਤੇ ਵਾਰਾਮੇਹਰ ਵਰਗੇ ਇਹ ਵਿਗਿਆਨੀ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਖੋਜਾਂ ਕੀਤੀਆਂ। ਆਰਿਆ ਭੱਟ ਨੇ ਆਰਿਆ ਭੱਟਮ ਨਾਂ ਦੀ ਕਿਤਾਬ ਲਿਖੀ ਸੀ। ਮੁੱਢਲੇ ਵੈਦਿਕ ਕਾਲ ਵਿੱਚ ਰਮਾਇਣ ਅਤੇ ਮਹਾਂਭਾਰਤ 2 ਮਹੱਤਵਪੂਰਨ ਮਹਾਂਕਾਵਿ ਲਿਖੇ ਗਏ। ਇਹ ਕਿਹਾ ਜਾਂਦਾ ਹੈ ਕਿ ਰਮਾਇਣ ਰਿਸ਼ੀ ਵਾਲਮੀਕ ਦੁਆਰਾ, ਜੋ ਰਮਾਇਣ ਹੈ ਉਹ ਰਿਸ਼ੀ ਵਾਲਮੀਕ ਦੁਆਰਾ, ਇਸ ਵਿੱਚ 24,000 ਸ਼ਲੋਕ ਹਨ ਅਤੇ ਮਹਾਂਭਾਰਤ ਕਈ ਸਦੀਆਂ ਵਿੱਚ ਵੱਖ-ਵੱਖ ਲੇਖਕਾਂ ਦੁਆਰਾ ਵਿਸਤਾਰ ਵਿੱਚ ਲਿਖੀਆਂ ਗਈਆਂ ਰਚਨਾਵਾਂ ਦਾ ਸਮੂਹ ਹੈ, ਪਰੰਤੂ ਸਧਾਰਨ ਵਿਸਤਾਰ ਅਨੁਸਾਰ ਇਸ ਨੂੰ ਵਿਆਸ ਰਿਸ਼ੀ। ਜੋ ਮਹਾਂਭਾਰਤ ਹੈ ਇਸ ਨੂੰ ਅਸੀਂ ਕਹਿੰਦੇ ਹਾਂ ਜਿਸ ਨੂੰ ਰਿਸ਼ੀ ਵਿਆਸ ਦੁਆਰਾ ਲਿਖਿਆ ਗਿਆ ਅਤੇ ਇਹ 18 ਪੁਸਤਕਾਂ ਵਿੱਚ ਤਰਤੀਬਵਾਰ ਲਿਖਿਆ ਗਿਆ ਹੈ। ਉਸ ਤੋਂ ਅੱਗੇ ਸਾਡੇ ਆ ਗਏ ਪੁਰਾਤੱਤਵ ਸਰੋਤ। ਸਾਹਿਤਕ ਸਰੋਤ ਅਸੀਂ ਪੜ੍ਹ ਲਏ ਹਾਂ। ਇਸ ਤੋਂ ਅੱਗੇ ਪੁਰਾਤੱਤਵ ਸਰੋਤਾਂ ਵਿੱਚ ਪੁਰਾਤਨ ਇਮਾਰਤਾਂ, ਬਰਤਨ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਸਿੱਕੇ ਅਤੇ ਪ੍ਰਾਚੀਨ ਅਭਿਲੇਖ, ਇਹ ਸਾਰਾ ਕੁਝ ਸਾਡਾ ਪੁਰਾਤੱਤਵ ਸਰੋਤਾਂ ਦੇ ਵਿੱਚ ਆ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਅਗਲੇ ਅਧਿਆਇ ਵਿੱਚ ਪੜ੍ਹਾਂਗੇ ਸਿੰਧ ਘਾਟੀ ਸੱਭਿਅਤਾ ਬਾਰੇ, ਇੰਡਸ ਵੈਲੀ ਬਾਰੇ ਅਸੀਂ ਪੜ੍ਹਾਂਗੇ ਵੀ ਕਿਸ ਤਰ੍ਹਾਂ ਇਹ ਹੋਈ ਸੀ। ਇਹ ਸਾਰੇ ਪੁਰਾਤੱਤਵ ਸਰੋਤ ਨੇ। ਸਾਡੇ ਕੋਲ ਇਹਨਾਂ ਦਾ ਕੋਈ ਲਿਖਤੀ ਵੇਰਵਾ ਨਹੀਂ, ਪਰ ਉਹਨਾਂ ਦੇ ਉਸ ਸਮੇਂ ਦੇ ਇਮਾਰਤਾਂ, ਬਿਲਡਿੰਗਸ, ਬਰਤਨ, ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਨੂੰ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਇਹ ਲੋਕ ਕਿਹੋ ਜਿਹੇ ਸਨ। ਪੁਰਾਤੱਤਵ ਵਿਗਿਆਨੀ, ਜੋ ਵਿਅਕਤੀ ਪੁਰਾਤੱਤਵ ਸਰੋਤਾਂ ਦਾ ਅਧਿਐਨ ਕਰਦਾ ਹੈ ਉਸ ਨੂੰ ਪੁਰਾਤੱਤਵ ਵਿਗਿਆਨੀ ਕਿਹਾ ਜਾਂਦਾ ਹੈ। ਉਸ ਨੂੰ ਅਸੀਂ ਪੁਰਾਤੱਤਵ ਵਿਗਿਆਨੀ ਕਹਿੰਦੇ ਹਾਂ। ਸਿੱਕੇ। ਪ੍ਰਾਚੀਨ ਕਾਲ ਵਿੱਚ ਕਲੀ, ਤਾਂਬੇ, ਕਾਂਸੇ, ਚਾਂਦੀ ਅਤੇ ਸੋਨੇ ਆਦਿ ਦੇ ਸਿੱਕੇ ਬਣਾਏ ਜਾਂਦੇ ਸਨ। ਕਈ ਵਾਰ ਪੁਰਾਣੇ ਸਿੱਕੇ ਵੀ ਲੱਭੇ ਹਨ। ਇਹਨਾਂ ਉੱਤੇ ਰਾਜਿਆਂ ਦੇ ਚਿੱਤਰ ਅਤੇ ਅਨੇਕ ਹੋਰ ਚੀਜ਼ਾਂ ਜਿਵੇਂ ਜਾਨਵਰਾਂ ਦੇ ਚਿੱਤਰ, ਧਾਰਮਿਕ ਚਿੰਨ੍ਹ, ਸਿੱਕਾ ਜਾਰੀ ਕਰਨ ਵਾਲੇ ਦਾ ਨਾਂ ਅਤੇ ਕਦੇ-ਕਦੇ ਮਿਤੀਆਂ ਲਿਖੀਆਂ ਹੁੰਦੀਆਂ ਹਨ। ਸਾਨੂੰ ਪਤਾ ਲੱਗ ਜਾਂਦਾ ਵੀ ਉਸ ਸਮੇਂ ਰਾਜੇ ਮਹਾਰਾਜਿਆਂ ਦਾ ਰਹਿਣ ਸਹਿਣ ਕਿਹੋ ਜਿਹਾ ਸੀ, ਕਿਉਂਕਿ ਜਿਹੋ ਜਿਹਾ ਉਹਨਾਂ ਦਾ ਸਿੱਕੇ ਦੇ ਉੱਤੇ ਚਿੱਤਰ ਹੋਵੇਗਾ ਉੱਥੋਂ ਪਤਾ ਲੱਗ ਜਾਏਗਾ ਕੀ ਉਹਨਾਂ ਦੇ ਧਾਰਮਿਕ ਵਿਸ਼ਵਾਸ ਸਨ, ਕਿਸ ਨੂੰ ਉਹ ਜ਼ਿਆਦਾ ਮੰਨਦੇ ਸਨ। ਫਿਰ ਸਿੱਕਿਆਂ ਤੋਂ ਇਹ ਪਤਾ ਲੱਗ ਜਾਂਦਾ ਉਸ ਸਮੇਂ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ। ਜੇਕਰ ਸਿੱਕੇ ਸੋਨੇ ਦੇ ਤਾਂ ਭਾਵ ਉਸ ਸਮੇਂ ਦੀ ਆਰਥਿਕ ਹਾਲਤ ਵਧੀਆ ਸੀ, ਜੇ ਚਾਂਦੀ ਦੇ ਤਾਂ ਉਸ ਤੋਂ ਮਾੜੀ, ਜੇ ਤਾਂਬੇ ਦੇ ਤਾਂ ਉਸ ਤੋਂ ਮਾੜੀ, ਜੇ ਕਲੀ ਦੇ ਜਾਂ ਕਾਂਸੇ ਦੇ ਤਾਂ ਆਰਥਿਕ ਹਾਲਤ ਉਸ ਤੋਂ ਵੀ ਮਾੜੀ। ਇਸ ਤਰ੍ਹਾਂ ਸਾਨੂੰ ਉਸ ਸਮੇਂ ਦੀ ਆਰਥਿਕ, ਧਾਰਮਿਕ ਸਾਰੀਆਂ ਚੀਜ਼ਾਂ ਬਾਰੇ ਸਿੱਕਿਆਂ ਤੋਂ ਵੀ ਪਤਾ ਲੱਗ ਜਾਂਦਾ ਹੈ। ਸਿੱਕਿਆਂ ਦੇ ਅਧਿਐਨ ਨੂੰ ਮੁਦਰਾ ਸ਼ਾਸਤਰ ਕਿਹਾ ਜਾਂਦਾ ਹੈ। ਦ ਸਟੱਡੀ ਆਫ ਕੋਇਨਸ ਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਨਿਊਮਿਸਮੈਟਿਕਸ। ਕਈ ਵਾਰ ਕੁਐਸਚਨ ਸਿੱਧਾ ਬਣਾਇਆ ਆ ਜਾਂਦਾ, ਪੰਜਾਬੀ ਦੇ ਵਿੱਚ ਮੁਦਰਾ ਸ਼ਾਸਤਰ ਨਾ ਲਿਖਿਆ ਹੋਵੇ ਤਾਂ ਜੋ ਇੰਗਲਿਸ਼ 'ਚ ਲਿਖਿਆ ਇਸ ਤਰ੍ਹਾਂ ਲਿਖਿਆ ਆ ਜਾਂਦਾ ਹੈ। ਸਿੱਕੇ ਮੁੱਖ ਤੌਰ 'ਤੇ ਚੀਜ਼ਾਂ ਖਰੀਦਣ ਵੇਚਣ ਲਈ ਵਰਤੇ ਜਾਂਦੇ ਸਨ, ਇਸ ਲਈ ਇਹਨਾਂ ਨੂੰ ਆਪਣੇ ਸਮਕਾਲੀਨ ਲੋਕਾਂ ਦੇ ਆਰਥਿਕ ਜੀਵਨ ਬਾਰੇ ਜਾਣਕਾਰੀ ਦਿੰਦੇ ਹਨ। ਇਸ 'ਤੇ ਅੱਗੇ ਆ ਗਿਆ ਸਮਾਰਕ, ਮੋਨੂਮੈਂਟਸ। ਸਮਾਰਕ ਭਾਵ ਇੱਕ ਬਿਲਡਿੰਗ, ਇੱਕ ਇਮਾਰਤ,
ਕਿਸੇ ਚੀਜ਼ ਦਾ ਮਾਰਕ। ਸਮਾਰਕਾਂ ਦਾ ਅਧਿਐਨ ਕਰਨ ਨਾਲ ਮਹੱਤਵਪੂਰਨ ਇਤਿਹਾਸਕ ਜਾਣਕਾਰੀ ਮਿਲਦੀ ਹੈ। ਆਪਣੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਅਸੀਂ ਸਤੰਭ, ਕਿਲ੍ਹੇ ਅਤੇ ਮਹਿਲ ਵੇਖ ਸਕਦੇ ਹਾਂ ਜੋ ਹਜ਼ਾਰਾਂ ਸਾਲ ਪਹਿਲਾਂ ਬਣੇ ਸਨ, ਜਿਨ੍ਹਾਂ ਨੂੰ ਸਮਾਰਕ ਕਿਹਾ ਜਾਂਦਾ ਹੈ, ਜਿਵੇਂ ਸਾਂਚੀ ਦਾ ਸਤੂਪ, ਅਸ਼ੋਕ ਦੇ ਸਤੰਭ ਅਤੇ ਨਾਲੰਦਾ ਯੂਨੀਵਰਸਿਟੀ ਦੇ ਖੰਡਰ ਆਦਿ ਪ੍ਰਾਚੀਨ ਭਾਰਤੀ ਸਮਾਰਕਾਂ ਵਿੱਚੋਂ ਕੁਝ ਹਨ। ਜੋ ਅਸੀਂ ਦੇਖ ਰਹੇ ਹਾਂ ਇਹ ਸਾਂਚੀ ਦਾ ਸਤੂਪ ਹੈ। ਸਾਂਚੀ ਦਾ ਸਤੂਪ ਹੈ। ਸ਼ਿਲਾਲੇਖ, ਇਨਸਕ੍ਰਿਪਸ਼ਨਸ। ਪੱਥਰਾਂ ਦੇ ਸਤੰਭ, ਚਟਾਨਾਂ ਅਤੇ ਤਾਂਬੇ ਦੀਆਂ ਪਲੇਟਾਂ, ਮਿੱਟੀ ਦੀਆਂ ਤਖਤੀਆਂ ਅਤੇ ਮੰਦਰਾਂ ਦੀਆਂ ਕੰਧਾਂ ਉੱਤੇ ਲਿਖੇ ਸ਼ਿਲਾਲੇਖ। ਸਿਲ ਹੋ ਗਿਆ ਪੱਥਰ, ਲੇਖ ਹੋ ਗਿਆ ਲਿਖਣਾ। ਪੱਥਰ ਦੇ ਉੱਤੇ ਕੋਈ ਲਿਖਣਾ, ਪੱਥਰ ਦੇ ਉੱਤੇ ਕੁਝ ਲਿਖਣਾ। ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਕੋਈ ਘਰ ਪਾਉਂਦੇ ਹਾਂ ਜਾਂ ਕਿ ਘਰ ਦਾ ਲੈਂਟਰ ਪਾਉਂਦੇ ਹਾਂ, ਉਸ ਦੇ ਉੱਪਰ ਅਸੀਂ ਆਪਣਾ ਨਾਮ ਲਿਖ ਦਿੰਦੇ ਹਾਂ ਸੀਮੈਂਟ ਦੇ ਵਿੱਚ, ਜਾਂ ਉਸ ਦੇ ਉੱਤੇ ਅਸੀਂ ਮਿੱਟੀ ਲਿਖ ਦਿੰਦੇ ਹਾਂ, ਜਾਂ ਜਿਵੇਂ ਅੱਜ ਕੱਲ੍ਹ ਅਸੀਂ ਗਰੂਪਿੰਗ ਕਰਦੇ ਹਾਂ, ਗਰੂਪਿੰਗ ਸੀਮੈਂਟ ਦੇ ਵਿੱਚ ਕੋਈ ਡਿਜ਼ਾਈਨ ਪਾ ਦਿੰਦੇ ਹਾਂ, ਉਹ ਹੋ ਗਿਆ ਸ਼ਿਲਾ ਲੇਖ। ਸਿਲ ਹੋ ਗਿਆ ਪੱਥਰ, ਲੇਖ ਹੋ ਗਿਆ ਉਸ ਦੇ ਵਿੱਚ ਲਿਖਣਾ, ਪੱਥਰ ਦੇ ਉੱਤੇ ਲਿਖਣਾ। ਪੱਥਰ ਦੇ ਸਤੰਭ, ਚਟਾਨਾਂ, ਤਾਂਬੇ ਦੀਆਂ ਪਲੇਟਾਂ ਹੋ ਗਈਆਂ, ਉਹਨਾਂ 'ਤੇ ਕੁਛ ਲਿਖਣਾ, ਮਿੱਟੀ ਦੀਆਂ ਤਖਤੀਆਂ ਉੱਤੇ ਲਿਖਣਾ, ਮੰਦਰਾਂ ਦੀਆਂ ਕੰਧਾਂ ਉੱਤੇ ਲਿਖਣਾ, ਇਹ ਸਾਰੇ ਸ਼ਿਲਾ ਲੇਖ ਨੇ। ਸ਼ਿਲਾ ਲੇਖਾਂ ਦੇ ਅਧਿਐਨ ਨੂੰ ਕਿਹਾ ਜਾਂਦਾ ਪੁਰਾ ਲੇਖ ਵਿਦਿਆ, ਦਾ ਸਟੱਡੀ ਆਫ ਇਨਸਕ੍ਰਿਪਸ਼ਨ, ਜਿਹਨੂੰ ਕਿਹਾ ਜਾਂਦਾ ਗਾ ਐਪੀਗ੍ਰਾਫੀ। ਗ੍ਰਾਫ ਹੋ ਗਿਆ ਛਾਪਣਾ, ਐਪੀਗ੍ਰਾਫੀ। ਇਹਨਾਂ ਵਿੱਚ ਉਸ ਸਮੇਂ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ ਜਿਸ ਸਮੇਂ ਇਹ ਲਿਖੇ ਗਏ ਸਨ। ਉਦਾਹਰਨ ਵਜੋਂ ਪ੍ਰਸਿੱਧ ਸਮਰਾਟ ਅਸ਼ੋਕ ਨੇ ਮਨੁੱਖਾਂ ਦੀ ਭਲਾਈ ਲਈ ਆਪਣਾ ਸੰਦੇਸ਼ ਚਟਾਨਾਂ ਅਤੇ ਵਿਸ਼ਾਲ ਪੱਥਰਾਂ ਦੇ ਸਤੰਭਾਂ 'ਤੇ ਖੁਦਵਾ ਕੇ ਪੂਰੇ ਦੇਸ਼ ਵਿੱਚ ਲਗਵਾ ਦਿੱਤੇ ਤਾਂ ਕਿ ਲੋਕ ਉਸ ਦੇ ਵਿਚਾਰਾਂ ਨੂੰ ਪੜ੍ਹ ਕੇ ਉਹਨਾਂ 'ਤੇ ਚੱਲ ਸਕਣ। ਜਿਸ ਤਰ੍ਹਾਂ ਅਸ਼ੋਕ ਨੇ ਆਪਣੇ ਵਿਚਾਰ, ਚੰਗੇ ਵਿਚਾਰਾਂ ਨੂੰ ਲਿਖਵਾਤਾ ਤਾਂ ਕਿ ਲੋਕ ਪੜ੍ਹਨ ਅਤੇ ਉਹਨਾਂ ਨੂੰ ਅਮਲ ਕਰ ਸਕਣ। ਜਿਸ ਤਰ੍ਹਾਂ ਸਾਨੂੰ ਕੋਈ ਲੱਗਦਾ ਕੋਈ ਚੰਗੇ ਵਿਚਾਰ ਨੇ, ਅਸੀਂ ਉਹਨਾਂ ਨੂੰ ਛਪਵਾ ਕੇ ਕੰਧਾਂ ਦੇ ਉੱਤੇ ਲਿਖਵਾ ਦਿੰਦੇ ਹਾਂ ਜਾਂ ਕੰਧਾਂ ਦੇ ਉੱਤੇ ਲਾ ਦਿੰਦੇ ਹਾਂ ਤਾਂ ਜੋ ਉਹਨਾਂ ਨੂੰ ਅਤੇ ਜਦੋਂ ਵੀ ਨਜ਼ਰ ਪਵੇ ਅਤੇ ਅਸੀਂ ਉਹਨਾਂ 'ਤੇ ਅਮਲ ਕਰ ਸਕੀਏ। ਸਮੁੰਦਰ ਗੁਪਤ ਅਤੇ ਸਕੰਦ ਗੁਪਤ, ਇਹ ਗੁਪਤ ਵੰਸ਼ ਨਾਲ ਸੰਬੰਧਿਤ ਹੋਏ ਨੇ। ਇਹਨਾਂ ਨੇ ਆਪਣੀਆਂ ਜਿੱਤਾਂ ਨੂੰ ਪੱਥਰਾਂ ਦੇ ਸਤੰਭਾਂ 'ਤੇ ਖੁਦਵਾ ਦਿੱਤਾ ਸੀ। ਇਹਨਾਂ ਨੇ ਜੋ ਪ੍ਰਾਪਤੀਆਂ ਕੀਤੀਆਂ ਸੀ, ਕਿਉਂ ਖੁਦਵਾਉਂਦੇ ਸਨ? ਤਾਂ ਕਿ ਜੋ ਬਾਕੀ ਨੇੜੇ ਦੇ ਆਲੇ ਦੁਆਲੇ ਦੇ ਰਾਜੇ ਨੇ ਉਹ ਵੀ ਉਹਨਾਂ ਨੂੰ ਪੜ੍ਹਨ ਅਤੇ ਉਹਨਾਂ ਨੂੰ ਸੰਦੇਸ਼ ਮਿਲ ਸਕੇ ਵੀ ਇਹ ਰਾਜੇ ਬੜੇ ਸ਼ਕਤੀਸ਼ਾਲੀ ਹਨ, ਉਹ ਉਹਨਾਂ ਤੋਂ ਡਰ ਕੇ ਰਹਿਣ। ਪ੍ਰਾਚੀਨ ਕਾਲ ਵਿੱਚ ਤਾਮਰ ਪੱਥਰਾਂ, ਕਾਪਰ ਪਲੇਟਸ ਦੀ ਵਰਤੋਂ ਭੂਮੀ ਨੂੰ ਖਰੀਦਣ, ਵੇਚਣ ਅਤੇ ਭੂਮੀ ਦਾਨ ਕਰਨ ਲਈ ਕੀਤੀ ਜਾਂਦੀ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਐਫੀਡੈਵਿਟ ਲਿਖਦੇ ਹਾਂ, ਜਦੋਂ ਅਸੀਂ ਕੋਈ ਭੂਮੀ ਦਾ ਲੈਣ ਦੇਣ ਕਰਦੇ ਹਾਂ, ਖਰੀਦਦੇ ਹਾਂ ਜਾਂ ਵੇਚਦੇ ਹਾਂ, ਅਸੀਂ ਐਫੀਡੈਵਿਟ ਲਿਖਦੇ ਹਾਂ। ਉਸੇ ਤਰ੍ਹਾਂ ਤਾਮਰ ਪੱਥਰਾਂ ਨੂੰ, ਜੋ ਕਾਪਰ ਪਲੇਟਸ ਸੀ, ਉਹਨਾਂ ਨੂੰ ਐਫੀਡੈਵਿਟ ਦੇ ਤੌਰ 'ਤੇ ਸਾਂਭ ਕੇ ਰੱਖਿਆ ਜਾਂਦਾ ਸੀ, ਜਿਸ ਦੇ ਉੱਤੇ ਜ਼ਮੀਨ ਦਾ, ਜੋ ਕੋਈ ਜ਼ਮੀਨ ਖਰੀਦਦਾ ਸੀ ਅਤੇ ਜ਼ਮੀਨ ਵੇਚਦਾ ਸੀ, ਸਭ ਕੁਝ ਲਿਖਿਆ ਜਾਂਦਾ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਭੂਮੀ ਦੀ ਖਰੀਦ ਅਤੇ ਵੇਚ ਕਿਸ ਤਰ੍ਹਾਂ ਕੀਤੀ ਜਾਂਦੀ ਸੀ। ਇਹਨਾਂ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਇਸ ਵਿੱਚ ਸਰਕਾਰ ਦਾ ਕੀ ਯੋਗਦਾਨ ਸੀ। ਇਹਨਾਂ ਸਾਰੇ ਸਰੋਤਾਂ ਦੀ ਸਹਾਇਤਾ ਨਾਲ ਅਸੀਂ ਪ੍ਰਾਚੀਨ ਕਾਲ ਦਾ ਸਹੀ ਚਿੱਤਰ ਪੇਸ਼ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਪਾਠ ਨੰਬਰ 7 ਦੇ ਰਾਹੀਂ ਅਸੀਂ ਪ੍ਰਾਚੀਨ ਜੋ ਅਧਿਐਨ ਸਰੋਤ ਹੈ, ਦੋ ਹਨ, ਲਿਖਤੀ ਅਤੇ ਪੁਰਾਤੱਤਵ, ਸਾਹਿਤਕ ਅਤੇ ਪੁਰਾਤੱਤਵ ਸਰੋਤ। ਇਹਨਾਂ ਬਾਰੇ ਪੜ੍ਹਿਆ ਅਤੇ ਸਾਹਿਤਕ ਦੇ ਵਿੱਚ ਅਸੀਂ ਪੜ੍ਹਿਆ ਵੇਦ ਆ ਗਿਆ, ਬ੍ਰਾਹਮਣ ਆ ਗਿਆ, ਰਣੰਕ ਆ ਗਿਆ, ਉਪਨਿਸ਼ਦ ਆ ਗਿਆ, ਮਹਾਂਕਾਵ ਆ ਗਏ ਦੋ, ਰਮਾਇਣ ਅਤੇ ਮਹਾਂਭਾਰਤ, ਸੂਤਰ, ਪੁਰਾਣ, ਇਹਨਾਂ ਬਾਰੇ ਪੜ੍ਹਿਆ। ਅਤੇ ਇੱਧਰ ਜੋ ਸਾਡੇ ਪੁਰਾਤੱਤਵ ਸਰੋਤ ਨੇ, ਇਹਨਾਂ ਵਿੱਚ ਸਿੱਕੇ, ਬਰਤਨ, ਇਮਾਰਤਾਂ, ਸ਼ਿਲਾ ਲੇਖ, ਇਹਨਾਂ ਬਾਰੇ ਪੜ੍ਹਿਆ। ਇਸ ਤਰ੍ਹਾਂ ਅਸੀਂ ਇਹ ਪੜ੍ਹਿਆ। ਇਸ ਤੋਂ ਅਗਲੇ ਪਾਠਾਂ ਵਿੱਚ ਅਸੀਂ ਤਰਤੀਬਵਾਰ ਪੜ੍ਹਾਂਗੇ। ਇਸ ਤੋਂ ਅਗਲਾ ਪਾਠ ਹੈ ਜੋ ਉਹ ਹੈ ਪੁਰਾਤਨ ਪੱਥਰ ਯੁੱਗ ਬਾਰੇ, ਉਸ ਤੋਂ ਅੱਗੇ ਸਿੰਧ ਘਾਟੀ ਸੱਭਿਅਤਾ ਬਾਰੇ। ਇਸ ਤਰ੍ਹਾਂ ਅਸੀਂ ਪੜ੍ਹਾਂਗੇ ਅਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ। ਜਿਸ ਤਰ੍ਹਾਂ ਅਸੀਂ ਪਹਿਲਾਂ 6ਵੀਂ ਕਲਾਸ ਤੋਂ ਸ਼ੁਰੂ ਕਰਿਆ, ਅੱਗੇ 7ਵੀਂ, 8ਵੀਂ, 9ਵੀਂ, 10ਵੀਂ ਸਾਰਾ ਲਗਾਤਾਰ ਕਰਾਂਗੇ ਅਤੇ ਮੈਂ ਕੋਸ਼ਿਸ਼ ਕਰੂੰਗਾ ਰੋਜ਼ ਇੱਕ ਵੀਡੀਓ ਹਰੇਕ ਪਾਠ ਦੀ ਪਾਵਾਂਗਾ। ਧੰਨਵਾਦ।